ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਬਿਲਕੁਲ ਠੀਕ ਹੈ ਜੀ, ਤੁਸੀਂ ਸਮਝ ਗਏ ਹੋ ਮੇਰਾ ਸਵਾਲ? ਬਿਲਕੁਲ ਸਮਝ ਗਏ ਨਹੀਂ, ਪਰ ਮਾਲਕਾਂ ਨੂੰ ਜੇ ਪੀੜ ਹੁੰਦੀ ਹੈ ਤੇ ਫਿਰ ਆਪਾਂ ਨੂੰ ਪੀੜ ਤੋਂ ਵੱਧ ਹੋਣੀ ਨਾ। ਮਾਲਕਾਂ ਦੀ ਭਾਸ਼ਾ ਤਾਂ ਬੋਲਣੀ ਹੈ ਨਾ ਜੀ, ਫਿਰ ਉਹਨਾਂ ਤੋਂ ਕੁਛ ਕਰਨਾ ਕਿ ਨਹੀਂ। ਹਾਏ ਦੁਬਾਰਾ ਪ੍ਰਧਾਨਗੀ ਲੈਣੀ ਕਿ ਲੈਣੀ ਮੁੜ ਕੇ ਆਪਾਂ? ਹਾਏ ਕੁਰਸੀ ਮੇਜ਼ ਦਾ ਕਹਿੰਦੇ ਸੰਬੰਧ ਗੂੜਾ, ਬਿਲਕੁਲ, ਤੇ ਪੂਜੀ ਮੇਜ਼ ਨਾਲੋਂ ਯਾਰੋ ਜ਼ਿਆਦਾ ਜਾਏ ਕੁਰਸੀ। ਤੇ ਕੁਰਸੀਓਂ ਲੱਥੇ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੁੱਛੋ ਕੀ ਹਾਲ ਹੈ, ਆਖੂ ਹਾਏ 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 ਕੁਰਸੀ, ਹਾਏ ਕੁਰਸੀ। ਕੁਰਸੀ ਚਾਹੇ ਉਹ ਪ੍ਰਬੰਧਕੀ ਗੁਰਦੁਆਰਾ ਦੀ ਪ੍ਰਧਾਨਗੀ ਦੀ ਹੋਵੇ, ਚਾਹੇ ਉਹ ਕਿਸੇ ਬਲਾਕ ਸਮਿਤੀ ਦੇ ਪ੍ਰਧਾਨ ਦੀ ਹੋਵੇ, ਚਾਹੇ ਚੇਅਰਮੈਨ ਦੀ ਹੋਵੇ, ਚਾਹੇ ਸਰਪੰਚੀ ਦੀ, ਚਾਹੇ MLA ਦੀ, MP ਦੀ ਹੋਵੇ, ਕੁਰਸੀ ਤਾਂ ਕੁਰਸੀ ਹੈ ਨਾ। ਸਿੱਧੂ ਦੀ ਨਿਯੁਕਤੀ ਤੇ ਜਿਹੜਾ ਛੱਜ ਨਾ ਬੋਲੇ ਛਾਨਣੀ ਬੋਲੇ ਵਾਲੀ ਗੱਲ ਹੈ, ਛੱਜ ਤੇ ਬੋਲੇ ਛਾਨਣੀ ਕਿਉਂ ਬੋਲੇ? ਬੀਬੀ ਜਗੀਰ ਕੌਰ ਉਹਨਾਂ ਦਾ ਇੱਥੇ ਢੁਕਦਾ ਹੈ ਕਿ ਬਈ ਤੁਸੀਂ ਉਹਨਾਂ ਦੀ ਆਪਸੀ ਪਾਰਟੀ, ਨਾਲੇ ਤੁਹਾਡਾ ਉਹਨਾਂ ਕੋਲ ਲੈਣਾ ਦੇਣਾ ਕੋਈ ਨਹੀਂ। ਤੰਜ ਕੱਸਿਆ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੁੱਧ ਧੋਤੀ ਨਹੀਂ ਹੋ ਸਕਦੀ। ਮੈਨੂੰ ਇਹ ਦੱਸੋ, ਪਾਰਟੀ ਕਿਹੜੀ ਦੁੱਧ ਧੋਤੀ ਹੈ ਦੁਨੀਆ ਤੇ? ਪਹਿਲੀ ਗੱਲ ਤੇ ਪੱਤਰਕਾਰਾਂ ਨੂੰ ਇਹ ਸਵਾਲ ਨਹੀਂ ਸੀ ਕਰਨਾ ਚਾਹੀਦਾ, ਜੇ ਕਰ ਦਿੱਤਾ ਤੇ ਬੀਬੀ ਦਾ ਫਤਿਹ ਬੰਦਾ ਕਹਿਣਾ ਜੀ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ। ਹਾਂ, ਲੇਕਿਨ ਬੀਬੀ ਨੂੰ ਇੱਕ ਆਦਤ ਆਤੀ ਹਮੇਸ਼ਾ ਹਰ ਗੱਲ ਤੇ ਕਾਂਜੀ ਪਾਉਣ ਦੀ। ਕਹਿੰਦੀ ਜੀ ਸਿੱਧੂ ਦੇ ਜਿਹੜੀ ਤਾਜ ਪ੍ਰਧਾਨ ਬਣਨਾ ਕਿ ਕਾਂਗਰਸ ਜਿਹੜੀ ਉਹ ਕੋਈ ਦੁੱਧ ਧੋਤੀ ਨਹੀਂ ਹੋ ਚੱਲਦੀ। ਤੇ ਬੀਬੀ ਜੀ ਪਹਿਲਾਂ ਅਸੀਂ ਕਹਿੰਦੇ ਨਹੀਂ, ਆਪਣੀ ਪੀੜੀ ਥੱਲੇ ਥੋੜਾ ਸੋਟਾ ਜ਼ਰੂਰ ਫੇਰ ਲਓ ਤੇ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਜਾਏਗਾ ਕਿ ਇੱਥੇ ਦੁੱਧ ਧੋਤਾ ਕੌਣ ਆ। ਜੇ ਜਾਤੀ ਤੌਰ ਤੇ ਤੁਸੀਂ ਵੇਖਣਾ ਉਹ ਵੇਖ ਲਿਓ, ਜੇ ਅਖਲਾਕੀ ਤੌਰ ਤੇ ਉਹ ਵੇਖਣਾ ਉਹ ਵੇਖ ਲਓ, ਜੇ ਤੁਸੀਂ ਜਮਾਤੀ ਤੌਰ ਤੇ ਵੇਖਣਾ ਉਹ ਵੇਖ ਲਓ। ਤਿੰਨਾਂ ਤਰੀਕੇ ਨਾਲ ਵੇਖ ਲਓ, ਤਿੰਨੇ ਤਰੀਕੇ ਨਾਲ ਤੁਹਾਨੂੰ ਕੁਛ ਨਾ ਕੁਛ ਥੱਲੇ ਰੜਕਦਾ ਲੱਗ ਜਾਏ। ਅੱਜ ਬੀਬੀ ਜੀ ਤੁਹਾਨੂੰ ਗੋਰੀ ਉਹ ਬੀੜ ਚੇਤੇ ਆ ਗਈ ਜਿਹੜੀ 1955 ਚ ਫੱਟੜ ਹੋਈ ਸੀ, ਲੇਕਿਨ ਜਿਹੜੀ ਬਰਗਾੜੀ ਵਾਲੀ ਬੀੜ ਚੇਤੇ ਨਹੀਂ ਆਈ ਤੇ ਕਈ ਤੁਹਾਨੂੰ ਅਜੇ ਤੱਕ ਨਹੀਂ ਆਈ। ਸੰਗਤਾਂ ਨੇ ਬੜਾ ਚੇਤੇ ਕਰਾਇਆ ਤੁਹਾਨੂੰ ਬੀਬੀ ਜੀ, ਇਹ ਵੀ ਹੈਗਾ ਜੇ। ਪਿਛਲੇ ਹਫ਼ਤੇ ਜਿਹੜੀ ਇੱਕ ਮੀਟਿੰਗ ਰੱਖੀ ਸੀ, ਕਹਿੰਦੇ 70 ਜਥੇਬੰਦੀਆਂ ਚ ਆਇਆ ਤੇ 70 ਬੰਦੇ ਨੀ ਵੇਖੋ ਥਣ ਬੈਠੇ ਜਿਹੜੀ ਜਹਦਰ ਸਾਹਿਬ ਨੇ ਗੱਲ ਕੀਤੀ, ਲੇਕਿਨ ਉਸ ਮੁੱਦੇ ਤੇ ਟਿਵਿਸਟ ਕਰ ਗਏ। ਮੁੱਦਾ ਤੇ ਇਹੋ ਸੀ ਵੀ ਇਹਨਾਂ ਦੀ ਸੇਵਾ ਸੰਭਾਲ ਤੇ ਬਰਗਾੜੀ ਮੋਰਚੇ ਸਜਾਵਾਂ ਕੀਤੀਆਂ, ਉਹ ਮੁੱਦਾ ਹੀ ਟਿਵਿਸਟ ਕਰਕੇ ਗੱਲ ਹੀ ਨਹੀਂ ਕੀਤੀ ਉਹਦੇ ਤੇ। ਕਿਉਂਕਿ ਪਤਾ ਸੀ ਕਿਸੇ ਸਿਰਫੇ ਨੇ ਸਟੇਜ ਤੇ ਆ ਕੇ ਕਹਿ ਦੇਣਾ ਮਹਾਰਾਜ ਇਹਦੇ ਜਿਹੜੇ ਦੋਸ਼ੀ ਉਹ ਦੱਸੋ ਕਿਹੜੇ ਗਏ ਜਿਨ੍ਹਾਂ ਨੂੰ ਆਪਾਂ ਸਜ਼ਾਵਾਂ ਦਵਾਉਣੀਆਂ ਨੇ। 2 ਸਾਲ ਤੇ ਰਾਜ ਉਹਨਾਂ ਦਾ ਰਿਹਾ ਜਿਨ੍ਹਾਂ ਦੀ ਤੁਸੀਂ ਧਾੜੀ ਤਾਜਪੁਰਸ਼ੀ ਕੀਤੀ ਹੈ, ਜਿਨ੍ਹਾਂ ਦੇ ਹੁਕਮ ਤੁਸੀਂ ਮੰਨਦੇ ਹੋ। ਇਸ ਕਰਕੇ ਬੀਬੀ ਜੀ ਨੇ ਜੇ ਗੱਲ ਕੀਤੀ ਆ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ, ਲੇਕਿਨ ਚਲੋ ਉਹਨਾਂ ਕਰਤੀ ਤੇ ਮਰਜ਼ੀ ਉਹਨਾਂ ਦੀ। ਕਾਂਗਰਸ ਜਾਏ ਢੱਠੇ ਖੁਦ ਪਹਿਲਾਂ ਆਪਣੀ ਪੀੜੀ से ਸੁੱਟਾ ਫਿਰੋ, ਤੁਸੀਂ ਕਿੱਥੇ ਬੈਠੇ ਹੋ ਕਿੱਥੇ ਨਹੀਂ ਬੈਠੇ। ਬੀਬੀ ਜੀ ਪ੍ਰਧਾਨਗੀ ਤੁਸੀਂ ਜਿਵੇਂ ਲਏ ਦੁਨੀਆ ਨੂੰ ਪਤਾ ਵਾ, ਦਬਕਾ ਮਾਰ ਕੇ ਧੱਕੇ ਨਾਲ ਤੁਸੀਂ ਪ੍ਰਧਾਨਗੀ ਲਈ। ਜੇ ਤੁਸੀਂ ਇੰਨੇ ਆਪ ਸੁਥਰੇ ਸੀ, ਸਾਫ਼ ਸੁਥਰੇ ਸੀ, ਫਿਰ ਤੁਸੀਂ ਘੱਟੋ ਘੱਟੇ ਜਿਹੜਾ ਰੱਖਦੇ ਵੀ ਮੈਂ ਡਿਜ਼ਰਵ ਕਰਦੀ ਉਹਨੂੰ ਪ੍ਰਧਾਨ ਬਣਾ ਦੇ, ਨਹੀਂ ਕਰਦੀ ਨਾ ਬਣਾਓ। ਤੁਸੀਂ ਤੇ ਆਪਣੇ 25 ਲੱਖ ਰੁਪਏ ਖਰਚਿਆ ਸੀਗਾ, ਉਹ ਲੈਣ ਵਾਲੇ ਦੁਨੀਆ ਤੇ ਨਹੀਂ ਰਹੇ, ਮੁੜ ਕੇ ਵਾਪਸ ਮੰਗਣ ਜੋਗੇ ਨਹੀਂ ਰਹੇ ਤੁਸੀਂ। ਇਸ ਕਰਕੇ ਬੀਬੀ ਜੀ ਸਿੱਧੂ ਨੇ ਤੇ ਪ੍ਰਧਾਨਗੀ ਬਿਨਾਂ ਪੈਸੇ ਤੋਂ ਲਈ ਹੋਊਗੀ, ਆਪਣੀ ਲਿਆਕਤ ਨਾਲ ਲਈ ਹੋਊ, ਤੇ ਆਪਾਂ ਧੱਕੇ ਨਾਲ ਪ੍ਰਧਾਨਗੀ ਲਈ ਹੈ। ਜੇ ਤੁਹਾਡਾ ਫਿਰ ਲੇਖਾ ਜੋਖਾ ਕਰਕੇ ਏਦਾਂ ਅਖਬਾਰ ਛਾਪ ਦੇਵੇ ਤੇ ਆਪਣੇ ਕੋਲ ਕੀ ਜਵਾਬ ਹੋਊਗਾ? ਫਿਰ ਤੁਸੀਂ ਅਖਬਾਰ ਵਾਲੇ ਤੇ ਆਦਤ
ਹੁਣ ਤਾਂ ਛੱਪ ਤੇ ਗਿਆ, ਗੱਲਾਂ ਕਰੋ। ਛਾਪਣ ਨਾਲੋਂ ਤੁਸੀਂ ਜ਼ਬਾਨੀ ਕਲਾਮੀ ਕਹਿ ਦਿੱਤਾ ਸਾਰਾ ਕੁਝ। ਚਲੋ ਅਸੀਂ ਤੇ ਵੇਖੋ ਆਪਣੀ ਡਿਊਟੀ ਨਿਭਾਈ ਵੀ ਬੀਪੀ ਜੀ ਇਹਦੀ ਜਿੱਦਾਂ ਬੀਪੀ ਜੀ ਇੱਕੋ ਗੱਲ ਕਹਿੰਦੇ ਵੀ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ, ਜਿਹਨੂੰ ਮਰਜ਼ੀ ਪ੍ਰਧਾਨ ਬਣਾਓ ਨਾ ਬਣਾਓ, ਅਸੀਂ ਕੁਛ ਲੈਣਾ ਦੇਣਾ। ਚਲੋ ਇਹਨਾਂ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜ ਕਾਲ ਨੂੰ ਜਦੋਂ ਲਿਖਿਆ ਜਾਊਗਾ, ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਿਆ ਜਾਊਗਾ, ਤੇ ਪ੍ਰਾਤਨ ਸਿੰਘ ਸਿੰਘਣੀਆਂ ਦੇ ਇਤਿਹਾਸ ਨੂੰ ਜਦੋਂ ਪੜ੍ਹਿਆ ਜਾਊਗਾ, ਤੇ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਪਹਿਲੀ ਵਾਰੀ ਬਣੇ ਨੇ ਉਦੋਂ ਚੰਨ ਚੜਿਆ ਸੀ, ਕਿਤਾਬਾਂ ਛਪੀਆਂ ਸੀ। ਜੀ 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 ਗੁਰੂ ਬਿਲਾਸਪੁਰ ਛੇਵੀਂ, ਹਾਂਜੀ ਹਾਂਜੀ, ਗੁਰੂ ਬਿਲਾਸਪੁਰ ਛੇਵੀਂ ਤੇ ਇੱਕ ਸਿੱਖ ਇਤਿਹਾਸ, ਹਾਂਜੀ ਜੀ ਜੀ। ਦੋਵੇਂ ਹੀ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਔਰ ਛਪੀਆਂ, ਇੱਕ ਹਿੰਦੀ ਦੇ ਵਿੱਚ ਤੇ ਵਾਪਸ ਲਈਆਂ ਗਈਆਂ, ਔਰ ਜੋ ਕੁਝ ਲਿਖਿਆ ਗਿਆ ਅੱਜ ਤੱਕ ਕੋਈ ਉਹਦਾ ਬਣਿਆ ਜਾਂ ਨਹੀਂ ਬਣਿਆ, ਉਹ ਮੋਹਰ ਲੱਗ ਗਈ ਤੇ ਉਹ ਪੱਕੀ ਰਹਿਣੀ ਹੈ। ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆ ਸੂਰਜ ਪ੍ਰਕਾਸ਼ ਜਾਂ ਕੋਈ ਦੂਜੇ ਤੀਜੇ ਦਾ ਹਵਾਲਾ ਕੋ ਦਿੰਦਾ ਤੇ ਫਿਰ ਡਾਂਗਾਂ ਨਿਕਲ ਆਉਂਦੀਆਂ, ਛਵੀਆਂ ਨਿਕਲ ਆਉਂਦੀਆਂ, ਕਿਰਪਾਨਾਂ ਨਿਕਲ ਆਉਂਦੀਆਂ, ਕਤਲ ਹੋ ਜਾਂਦੇ ਆ। ਵੀ ਸਾਡਿਆਂ ਨੇ ਜੋ ਕਹਿ ਦਿੱਤਾ ਉਹ ਠੀਕ ਸੀ, ਤੁਸੀਂ ਆਪਣਾ ਕੋਡ ਰੱਖੋ। ਹਾਂਜੀ ਜੀ 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 ਜੀ, ਵੀ ਨੀਲੇ ਤੋਂ ਢੱਕਣ ਚੱਕਿਆ ਹੀ ਗਿਆ ਸੀਗਾ, ਫੇਰ ਹੀ ਗੱਲ ਬਣੀ ਸੀ। ਜੀ ਹਾਂਜੀ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਉਹ ਛੱਡ ਕੇ ਗੋਇੰਦਵਾਲ ਸਾਹਿਬ ਤੇ ਉਹ ਛਾਬੜੀ ਸਾਹਿਬ ਜਾਣਾ ਪਿਆ ਸੀਗਾ। ਯਾਦ ਆ ਨਾ ਮੀਂਹ ਵਾਲੀ ਗੱਲ, ਤੇ ਮੁੜ ਕੇ ਫਿਰ ਕਿਵੇਂ ਘੜੀਸਿਆ ਸੀ। ਸੋ ਕਹਿਣ ਤੋਂ ਮੇਰਾ ਭਾਵ ਵੀ ਜੇ ਨੀਲਾ ਇੰਨਾ ਬਲਵਾਨ ਇਹੋ ਜਿਹੀਆਂ ਚੀਜ਼ਾਂ ਤੇ ਵਿਸ਼ਵਾਸ ਕਰਨਾ, ਤੇ ਅਗਲਿਆਂ ਨੇ ਕਹਿਣਾ ਵੀ ਤੁਸੀਂ ਤਾਂ ਲਵ ਕੁਸ਼ ਦੀ ਆਵਾਜ਼, ਤੁਸੀਂ ਔਲਾਦ ਹੋ। ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਸਭ ਤੋਂ ਉੱਚੀ ਸੰਸਥਾ, ਉਹਨੇ ਇਹ ਕਿਤਾਬ ਛਾਪੀ, ਤੁਸੀਂ ਕੌਣ ਹੁੰਦੇ ਹੋ? ਹੈ ਕੋਈ ਜਵਾਬ? ਉੱਥੇ ਛਿੱਤਾ ਪੈ ਜਾਂਦਾ ਬੰਦਾ, ਹੈ ਕੋਈ ਜਵਾਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਸਾਡੇ ਕੋਲ ਜਦੋਂ ਆ ਕੇ ਕੋਈ ਬਹਿਸ ਕਰਦਾ, ਜਰਾ ਕਰਦਾ ਨਾ, ਤੁਸੀਂ ਤੁਹਾਡੇ ਕੋਲ ਹੈ ਨਹੀਂ, ਕਿਉਂਕਿ ਇਹਨਾਂ ਨੇ ਤਾਂ ਗਿਆਨੀ ਦਿੱਤ ਸਿੰਘ ਵਰਗਿਆਂ ਦੀ ਕਦਰ ਨਹੀਂ ਪਾਈ। ਨਹੀਂ ਪਾਈ। ਹੁਣ ਇਹ ਜੋ ਚੰਨ ਚਾੜ ਲੱਗੇ ਨੇ, ਜੋ ਆ ਹੁਣ ਖਬਰ ਮੈਂ ਸਾਂਝੀ ਕਰਨ ਲੱਗਾ, ਜਾਂ ਉਹਦਾ ਜਵਾਬ ਤੁਹਾਡੇ ਕੋਲ ਲੈਣਾ। ਇਹਨਾਂ ਨੇ ਇਤਿਹਾਸਿਕ ਧਰੋਹਰਾਂ ਕੀ ਸਾਂਭਣੀਆਂ ਸੀ, ਜਿਹਦੇ ਉੱਤੇ ਬੀਬੀ ਜੀ ਨੂੰ ਐਨ ਸਾਰੇ ਕੰਮ ਛੱਡ ਕੇ ਪਹੁੰਚਣਾ ਚਾਹੀਦਾ ਸੀ ਵੀ ਕੀ ਨਿਕਲਿਆ, ਕੀ ਦਿਖਾਓ ਤਾਂ ਸਹੀ। ਜੀ ਅਜੇ ਤੱਕ ਗਏ ਦਰਸ਼ਨ ਕਰਨ ਉੱਥੇ ਵੀ ਕੀ ਨਿਕਲਿਆ ਕੀ ਨਹੀਂ ਨਿਕਲਿਆ? ਆਈ ਕੋਈ ਵੀਡੀਓ, ਕੋਈ ਫੋਟੋ? ਜਿਸ ਤਖਤ ਦੇ ਪਿਛਲੇ ਪਾਸੋਂ ਨਿਕਲਿਆ, ਉਸ ਤਖਤ ਦਾ ਜਾਇਦਾਰ ਉੱਥੇ ਬੈਠਾ ਤੇ ਗੱਲਾਂ ਕਰੀ ਜਾਂਦਾ ਵੀ ਇਹ ਨਹੀਂ, ਇਹਦੇ ਨਾਲ ਕੋਈ ਰਿਲੇਟਡ ਨਹੀਂ। ਤੁਹਾਡਾ ਫਰਜ਼ ਬਣਦਾ ਜਾ ਕੇ ਦੇਖਣਾ, ਤੁਸੀਂ ਕੌਮ ਦੇ ਜਥੇਦਾਰ ਹੋ, ਵੀ ਹੈ ਕੀ, ਵੀ ਚਲੋ ਇਹਦੀ ਖੋਜ ਕਰ ਲਓ। ਬਿਆਨ ਨਹੀਂ। ਸ੍ਰੀ ਗੁਰੂ ਰਾਮਦਾਸ ਰਾਹ ਨੂੰ ਢਾਉਣ ਦਾ ਫੈਸਲਾ ਲੈ ਲਿਆ ਬੀਬੀ ਦੀ ਪ੍ਰਧਾਨਗੀ ਹੇਠ। 800 ਨਵੇਂ ਕਮਰੇ ਬਣਾਏ ਜਾਣਗੇ ਤੇ ਚਾਈਨਾ ਤੋਂ ਆਊਗਾ ਉਹਦਾ ਫਰਨੀਚਰ, ਉਹਦੇ ਵਿੱਚ ਖਰਬਾਂ ਰੁਪਈਆ ਦਾ ਘੁਟਾਲਾ ਹੋਊ, ਕਰੋੜਾਂ ਦਾ ਤਾਂ ਚਲੋ ਮੈਂ ਨਹੀਂ ਕਹਿ ਸਕਦਾ, ਖਰਬਾਂ ਦਾ ਹੀ ਕਹੂੰਗਾ ਹੁਣ। ਫਿਰ ਸੰਗਤਾਂ ਨੂੰ ਗੁੰਮਰਾਹ ਕੀਤਾ ਜਾਊਗਾ, ਸੰਗਤੇ ਬਣ ਰਹੇ ਨੇ ਗੁਰੂ ਦੇ ਮਹਿਲ, ਕਰ ਲੋ ਸੇਵਾ, 30 ਗ੍ਰਾਮ ਸੋਨਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਕਰੋੜਾਂ ਤੋਂ ਜ਼ਿਆਦਾ ਜਿਹੜਾ ਇਹ ਇੱਥੇ ਹੋਣ ਵਾਲੇ ਸਮੇਂ ਦੇ ਵਿੱਚ ਖਰਚਾ ਹੋਣਾ, ਉਹ 'ਚ ਕਿੰਨਾ ਲੱਗਦਾ, ਕਿਵੇਂ ਨਹੀਂ ਲੱਗਦਾ, ਕੀ ਲੱਗਦਾ, ਕੀ ਦੱਸਿਆ ਜਾਂਦਾ, ਕਿਹਨੂੰ ਇਹ ਸੇਵਾ ਮਿਲਦੀ ਹੈ, ਕਿੰਨਾ ਠੇਕਾ ਮਿਲਦਾ। ਇਹ ਜਿਹੜੀ ਸਾਡੇ ਗੁਰਦੁਆਰੇ ਨੂੰ ਢਾਉਣ ਵਾਲੀ ਜਿਹੜੀ ਚਿੱਟੀ ਸਿਉਂਕ, ਕੁਝ ਚੰਗੇ ਨੇ, ਜਿਹੜੇ ਚੰਗੇ ਨੇ ਉਹ ਮਾਫ ਕਰ ਦੇਣ, ਉਹਨਾਂ ਨੂੰ ਕਿਹਨੂੰ ਇਹ ਕੰਟਰੈਕਟ ਮਿਲਦਾ ਹੈ ਸਮੇਂ ਦੀ ਬੁੱਕਲ ਦੇ ਵਿੱਚ? ਕੀ ਇਹ ਕੌਮ ਪ੍ਰਵਾਨ ਕਰ ਲਵੇਗੀ ਕਿ ਇਹ ਰਾਮਦਾਸ ਰਾਹ ਢਾਉਣੀ ਜਿਹੜੀ ਹੈ? ਜੀ ਬੜੀ ਸਾਹਿਬ, ਜਿਹੜੀ ਗੁਰੂ ਰਾਮਦਾਸ ਰਾਹ ਦੀ ਗੱਲ ਕਰਦੇ, ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਉਦੋਂ ਵੀ ਰੌਲਾ ਪਾਇਆ ਸੀ ਵੀ ਇਹਨੂੰ ਨਾ ਢਾਇਆ ਜਾਏ। 1931 ਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਜੀ। ਬਾਬਾ ਸਾਧੂ ਸਿੰਘ ਪਟਿਆਲੇ ਵਾਲੇ ਸੀ, ਉਹਨਾਂ 17 ਜਨਵਰੀ 1931 ਨੂੰ ਨੀਂਹ ਪੱਥਰ ਰੱਖਿਆ ਤੇ ਇਹਦੇ 228 ਕਮਰੇ ਤੇ 18 ਹਾਲ ਤੇ 2 ਸਟੋਰੀ ਬਣਾਈ ਗਈ। ਤੇ ਬੜੀ ਮਜ਼ਬੂਤ ਬਿਲਡਿੰਗ ਬਣਾਈ ਗਈ ਸੀ, ਅੱਜ ਵੀ ਮਜ਼ਬੂਤ ਆ, ਬਾਕੀ ਨੂੰ ਮਜ਼ਬੂਤ ਆ। ਤੇ ਉਦੋਂ ਇੱਟ ਵੀ ਚੰਗੀ ਪੱਕੀ ਹੁੰਦੀ ਸੀ, ਬਜਰੀ ਵੀ ਪੂਰੀ ਮਿਲਦੀ ਸੀ, ਰੇਤ ਵੀ ਪੂਰੀ ਮਿਲਦੀ, ਸਾਫ਼ ਮਿਲਦੀ।
ਉਦੋਂ ਢਾਉਣ ਦੀ ਗੱਲ ਕੀਤੀ, ਕਾਫੀ ਰੌਲਾ ਪਾਇਆ, ਆਪਾਂ ਵੀ ਪਾਇਆ, ਬਾਕੀ ਲੋਕਾਂ ਨੇ ਵੀ ਪਾਇਆ। ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੇ ਮੋਰਚਾ ਵੀ ਲਾਇਆ ਤੇ ਫਿਰ ਬੜੀ ਮੁਸ਼ਕਲ ਨਾਲ ਰੁਕੀ। ਹੁਣ ਬੀਬੀ ਜੀ ਕਹਿੰਦੇ ਆ ਵੀ ਜਿਹੜੇ ਇਹਦੇ ਮਾੜੀ ਹਾਲਤ ਚ ਹੋਰੇ ਉਹ ਢਾਹ ਦਿੱਤੇ ਜਾਣਗੇ, ਉਹਨਾਂ ਦੀ ਰੈਨੋਵੇਸ਼ਨ ਨਹੀਂ ਕੀਤੀ ਕਿ ਢਾਹ ਦਿੱਤੇ ਜਾਣਗੇ। ਤੁਸੀਂ ਜਦ ਕਮਰੇ ਵੇਖੋਗੇ ਨਾ, ਬਹੁਤ ਵਧੀਆ ਕਮਰੇ ਨੇ, ਮਾੜੇ ਕਮਰੇ ਦੀ। ਸਿਰਫ ਇੱਕੋ ਹੀ ਗੱਲ ਆ ਵੀ ਜਿਹੜੇ ਨਵੇਂ ਬਣਾਏ ਜਾਣਗੇ ਉਹ ਤੁਸੀਂ 700 ਰੁਪਇਆ 800 ਰੁਪਇਆ ਲਓਗੇ ਉਹਦਾ ਕਿਰਾਇਆ। ਜਿਹੜੇ ਗੁਰੂ ਰਾਮਦਾਸ ਸਰਾਜ ਅੱਜ ਤੁਸੀਂ ਲੈਣ ਜਾਂਦੇ ਹੋ ਤੁਹਾਨੂੰ ਫ੍ਰੀ ਮਿਲਦੀ ਹੈ, ਉਹਦਾ ਕਿਰਾਇਆ ਕੋਈ ਨਹੀਂ ਹੈ। ਹੁਣ ਜੇ ਢਾਹ ਕੇ ਬਣਾਓਗੇ ਤੇ ਫਿਰ ਤੁਸੀਂ ਵਸੂਲ ਕਰੋਗੇ। ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਇਹਨੂੰ ਰੈਨੋਵੇਟ ਕਰੋ। 1931 ਜੇ ਨੀਂਹ ਪੱਥਰ ਰੱਖੀ ਗਈ ਸੀ, 90 ਸਾਲ ਇਸ ਗੱਲ ਨੂੰ ਹੋ ਗਿਆ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੰਧ ਦੇ ਵਿੱਚ ਇੱਕ ਧਰਮਸ਼ਾਲਾ ਸੀ, ਉਹ ਧਰਮਸ਼ਾਲਾ ਢਾਹ ਕੇ ਉੱਥੋਂ ਦੀ ਸਰਕਾਰ ਨੇ ਫੈਸਲਾ ਕੀਤਾ ਵੀ ਇੱਥੇ ਅਸੀਂ ਮਾਲ ਬਣਾਉਣਾ। ਉਹ ਮਾਲ ਬਣਾਉਣ ਤੋਂ ਸੁਪਰੀਮ ਕੋਰਟ ਨੇ ਰੋਕਤਾ। ਕਹਿੰਦੇ ਇਹ 99 ਸਾਲ ਪੁਰਾਣੀ ਇਮਾਰਤ ਆ, ਇਹ ਸਾਡੀ ਤੁਰੋ ਇਹ ਵਿਰਾਸਤ ਆ, ਇਹਨੂੰ ਜਿਹੜਾ ਸਾਡਾ ਪੁਰਾਤਨ ਵਿਭਾਗ ਉਹ ਸੰਭਾਲੇਗਾ। ਜੇ ਪਾਕਿਸਤਾਨ 'ਚ ਇਹ ਇਮਾਰਤਾਂ ਸੰਭਾਲੀਆਂ ਜਾ ਸਕਦੀਆਂ ਤੇ ਫਿਰ ਸਾਡੇ ਦਰਬਾਰ ਸਾਹਿਬ 'ਚ ਜੀ। ਹੁਣ ਬੀਬੀ ਜੀ ਕੀ ਕਹਿੰਦੇ ਆ? ਬੀਬੀ ਜੀ ਕਹਿੰਦੇ ਵੀ ਸੰਗਤ ਜਿਹੜੀ ਆ ਦਰਬਾਰ ਸਾਹਿਬ ਦੇ ਘੇਰੇ ਸਰਾਵਾਂ ਜਿਹਨਾਂ ਨੂੰ ਤਰਜੀਹ ਦੇ ਰਹੀ ਹੈ, ਬਾਹਰ ਦੀਆਂ ਸਰਾਵਾਂ ਜਾਣ ਨੂੰ ਤਿਆਰ ਨਹੀਂ। ਠੀਕ ਗੱਲ, ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਬੀਬੀ ਜੀ ਤੁਹਾਡੇ ਕੋਲੇ ਕਰੀਬ 2.25 ਏਕੜ ਜ਼ਮੀਨ ਬਿਲਕੁਲ ਦਰਬਾਰ ਸਾਹਿਬ ਦੇ ਨਾਲ, ਆਟਾ ਮੰਡੀ ਵਾਲੇ ਗੇਟ ਵੱਲ ਚੱਲ ਜਾਓ ਤੁਸੀਂ, ਪਾਸੇ ਅਕਾਲ ਤਖਤ ਤੋਂ ਬਾਹਰ ਨਿਕਲੀਦਾ, ਉੱਥੋਂ ਬਾਹਰ ਨਿਕਲਦੇ ਸਿਰਫ 2 ਮਿੰਟ ਦਾ ਪੈਦਲ ਰਸਤਾ, 2 ਮਿੰਟ ਦਾ ਸਿਰਫ। ਉਹ ਜਗ੍ਹਾ ਬਿਲਕੁਲ ਖਾਲੀ ਪਈ ਹੈ। ਤੁਸੀਂ ਕਿਉਂ ਨਹੀਂ ਉੱਤੇ ਡਬਲ ਸਟੋਰੀ, ਟ੍ਰਿਪਲ ਸਟੋਰੀ, 4 ਸਟੋਰੀ ਬਣਾਉਂਦੇ, ਆਪਣੇ ਸਰਾ ਬਣਾਉਂਦੇ? ਉਸ ਪਾਸੇ ਤਾਂ ਧਿਆਨ ਨਹੀਂ ਜਾਂਦਾ। ਢਾਉਣ ਵਾਸਤੇ ਪਤਾ ਤੁਸੀਂ ਕਿਉਂ ਤਿਆਰ ਹੋ ਜਾਂਦੇ? ਇਹਨੂੰ ਏਦਾਂ ਪ੍ਰੀਜ਼ਰਵ ਕਰੋ ਜਿੱਦਾਂ ਸਾਡਾ ਪੁਰਾਣਾ ਇਤਿਹਾਸਕ ਸਥਾਨ ਆ, ਉਸੇ ਤਰੀਕੇ ਨਾਲ ਇਹਨੂੰ ਇਤਿਹਾਸਕ ਇਮਾਰਤ ਡਿਕਲੇਅਰ ਕਰੋ। ਜਾਂ ਤੇ ਬੀਬੀ ਜੀ ਨੂੰ ਚੇਤਾ ਭੁੱਲਾ ਉਹਦਾ, ਜਾਂ ਕੋਈ ਦੱਸਦਾ ਨਹੀਂ। ਉਹ ਬਿਲਕੁਲ 2.25 ਏਕੜ ਜ਼ਮੀਨ ਥੋੜੀ ਜਿਹੀ ਹੁੰਦੀ, ਬਿਲਕੁਲ ਦਰਬਾਰ ਬਹੁਤ ਉੱਥੇ ਜੋ ਮਰਜ਼ੀ ਬਣਾ ਲਓ। ਮੈਂ ਇਹਨਾਂ ਨੂੰ ਉਦੋਂ ਸੁਝਾਅ ਦਿੱਤਾ ਸੀ ਮੱਕੜ ਸਾਹਿਬ ਦੇ ਟਾਈਮ ਤੇ, ਮੈਂ ਕਿਹਾ ਜੀ ਇੱਥੇ ਤੁਸੀਂ ਜਥੇਦਾਰਾਂ ਦੀਆਂ ਕੋਠੀਆਂ ਬਣਾ ਕੇ ਦਿਓ, ਜਿਹੜੇ ਸਾਡੇ ਹੈਗੇ ਜਥੇਦਾਰ ਅਕਾਲ ਤਖਤ ਹੋਇਆ, ਹੈਡ ਗ੍ਰੰਥੀ ਹੋਇਆ, ਉਹਦਾ ਹਾਲ ਵੀ ਵੱਡਾ ਹੋਵੇ, ਉੱਥੇ ਬਹਿਣ ਵਾਸਤੇ ਹੋਵੇ, ਸੰਗਤ ਆਵੇ, ਬਹਿ ਕੇ ਮੀਟਿੰਗ ਕਰਨ ਚਲੇ ਜਾਣ। ਇਹ 2-2, 3-3, 4-4 ਕਮਰੇ 'ਚ ਰਹਿ ਰਹੇ ਨੇ। ਹੁਣ ਇੱਕ ਜਥੇਦਾਰ ਉਹਦੇ ਅੱਧੀ ਜੱਜ ਤੋਂ ਨਿਆਣੇ ਨੇ, ਉੱਥੇ ਗੁਜ਼ਾਰਾ ਹੀ ਨਹੀਂ ਹੁੰਦਾ। ਜੇ ਉੱਥੇ ਉਦੋਂ ਉਪਰਾਲਾ ਕੀਤਾ ਜਾਂਦਾ, ਮਾੜੀ ਗੱਲ ਕੋਈ ਨਹੀਂ। ਜਿੱਥੇ ਹੁਣ ਇਹ ਕਹਿੰਦੇ ਨੇ ਅਸੀਂ ਪਾਰਕਿੰਗ ਬਣਾਉਣੀ ਹੈ, ਪਾਰਕਿੰਗ ਕਾਹਦੇ ਵਾਸਤੇ ਬਣਾਉਣੀ? ਉੱਥੇ ਪਾਰਕਿੰਗ ਦੇ ਵਿੱਚ ਸਕੂਟਰ ਜਿਹੜੇ ਲੱਗਣੇ ਆ ਉਹ ਸ਼ਰਧਾਲੂਆਂ ਦੇ ਨਹੀਂ, ਉਹ ਦੁਕਾਨਦਾਰਾਂ ਦੇ ਲੱਗਣੇ। ਗੁਰੂ ਬਾਬਾ ਦੀਪ ਸਿੰਘ ਸ਼ਹੀਦ ਦੀ ਪਾਰਕਿੰਗ ਤੁਸੀਂ ਵੇਖੀ ਹੋਣੀ ਜੀ। ਉਸ ਪਾਰਕਿੰਗ ਦੇ ਵਿੱਚ, ਕਾਰ ਪਾਰਕਿੰਗ ਵਿੱਚ ਮੈਂ ਪਹਿਲਾਂ ਜਾਂਦਾ ਸੀ, ਉੱਥੇ ਤੋਂ ਮੱਥਾ ਟੇਕ ਕੇ ਤੇ ਮੈਂ ਜਾ ਕੇ ਕਾਰ ਲਾਉਂਦਾ ਸੀ। ਤੇ ਮੈਂ ਇੱਕ ਦਿਨ ਪੁੱਛਿਆ ਉਹਨਾਂ ਨੂੰ ਜਿਹੜੇ ਉੱਥੇ ਬੈਠੇ ਸੀ ਬੰਦੇ ਵੀ ਆਹ ਜਿਹੜੀਆਂ ਗੱਡੀਆਂ ਖਲੋਤੀਆਂ ਨੇ 25-30, ਜਿਨ੍ਹਾਂ ਦੇ ਉੱਤੇ ਬਕਾਇਦਾ ਤੌਰ ਤੇ ਇਹਨਾਂ ਨੇ ਆਪਣੇ ਕਵਰ ਪਾਏ, ਗੱਡੀਆਂ ਕਿਹਦੀਆਂ ਨੇ? ਉਹ ਮੈਨੂੰ ਕਹਿੰਦੇ ਛੱਡੋ ਜੀ ਤੁਸੀਂ ਕੀ ਲੈਣਾ। ਮੈਂ ਕਿਹਾ ਨਹੀਂ, ਦੱਸੋ ਤੁਸੀਂ ਕਿਹਦੀਆਂ ਵੀ? ਕਹਿੰਦਾ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ, ਉਹਨਾਂ ਦੇ ਘਰ ਜਗ੍ਹਾ ਲਾਉਣ ਵਾਸਤੇ ਨਹੀਂ, ਉਹ ਇਸ ਪਾਰਕਿੰਗ ਚ ਲੱਗੀ। ਦੱਸੋ। ਉਹ ਫਿਰ ਆਪਾਂ ਰੌਲਾ ਪਾਇਆ, ਅਖਬਾਰਾਂ ਲਿਖੀਆਂ, ਉਹ ਗੱਡੀਆਂ ਚਕਾਈਆਂ, ਲੋਕੀ ਗਾਲਾਂ ਕੱਢਦੇ ਸੀ, ਮੈਨੂੰ ਗੱਡੀ ਚਕਾਤੀ। ਮੈਂ ਕਿਹਾ ਯਾਰ ਤੁਹਾਡੇ ਵਾਸਤੇ ਗੱਡੀ ਨਾ, ਸ਼ਰਧਾਲੂ ਵਾਸਤੇ ਪਾਰਕਿੰਗ ਹੈਗੀ, ਤੁਸੀਂ ਤੇ ਪੱਕੇ ਵਰਤ ਤੌਰ ਤੇ ਲਾਤੀ ਹੈ। ਹੁਣ ਬੀਬੀ ਜੀ ਇੱਕ ਪਾਸੇ ਤੇ ਇਹ ਕਹਿ ਰਿਹਾ ਵੀ ਅਸੀਂ ਪ੍ਰਦੂਸ਼ਣ ਮੁਕਤ ਬਣਾਉਣਾ ਵਾ ਦਰਬਾਰ ਸਾਹਿਬ ਨੂੰ, ਦੂਜੇ ਪਾਸੇ ਜੇ ਪਾਰਕਿੰਗ ਤੁਸੀਂ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਆਪ ਬਣਾ ਰਹੇ ਹੋ ਤੇ ਕੀ ਕਰੋਗੇ ਤੁਸੀਂ? ਕਿਵੇਂ ਪ੍ਰਦੂਸ਼ਣ ਮੁਕਤ ਬਣੇਗਾ?
ਤੇ ਬੀਬੀ ਜੀ ਨੂੰ ਜੋ ਲੋਕੀ ਕਹਿੰਦੇ ਕੁਝ ਨਹੀਂ, ਪਤਾ ਨਹੀਂ ਬੀਬੀ ਜੀ ਨੂੰ ਅੱਜ ਤੱਕ ਪੀਏ ਚਾਹੀਦਾ ਮਿਲਿਆ ਹੀ ਕੋਈ ਨਹੀਂ, ਕੋਈ ਐਡਵਾਈਜ਼ਰ ਕੋਈ ਚਾਹੀਦਾ ਨਹੀਂ ਮਿਲਿਆ ਵੀ ਸਹੀ ਗਾਈਡ ਕਰ ਸਕੇ। ਹੁਣ ਜਿਹੜੀ ਧਰੋਧਰੀ ਤੁਸੀਂ ਗੱਲ ਕੀਤੀ ਹੈ, ਜਿਹੜਾ ਗਿਆਨੀਆਂ ਦਾ ਬੁੰਗਾ ਮਿਲਿਆ, ਉੱਥੇ ਬੀਬੀ ਜੀ ਗਏ ਆ, ਫੋਟੋ ਛਪੀਆਂ ਨੇ, ਅਖਬਾਰਾਂ ਛਪੀਆਂ ਨੇ, ਬੀਬੀ ਜੀ ਮੌਕਾ ਵੇਖ ਕੇ ਆਏ, ਕਹਿਤਾ ਜੀ ਅਸੀਂ ਡੀਸੀ ਨੂੰ ਕਹਿਤਾ ਜੀ, ਉਹਨੂੰ ਆਦੇਸ਼ ਦੇ ਦਿੱਤੇ ਇਮੀਡੀਏਟਲੀ ਪ੍ਰਾਪਤ ਵਿਭਾਗ ਨੂੰ ਜਿਹੜਾ ਬੁਲਾਓ। ਤੁਸੀਂ ਕਿਉਂ ਡੀਸੀ ਬੁਲਾਓ? ਤੁਹਾਡੇ ਕਹਿਣ ਦੇ ਉੱਤੇ ਡੀਸੀ ਤੁਹਾਡਾ ਮੁਲਾਜ਼ਮ ਨਹੀਂ, ਅਸੀਂ ਡੀਸੀ ਦੇ ਨਾਲ, ਤੁਸੀਂ ਨਾ ਮੰਤਰੀ ਹੋ ਨਾ MLA, ਤੁਸੀਂ ਪੱਤਰ ਲਿਖ ਸਕਦੇ ਹੋ ਡੀਸੀ ਸਾਹਿਬ ਇਹਦੇ ਵਾਸਤੇ ਸਾਨੂੰ ਤੁਹਾਡੀ ਹੈਲਪ ਦੀ ਲੋੜ ਹੈ। ਲੇਕਿਨ ਫਿਰ ਵੀ ਪ੍ਰਸ਼ਾਸਨ ਨੇ ਆ ਕੇ ਇੰਨੀ ਗੱਲ ਕਹੀ ਵੀ ਇਹ ਕੰਮ ਬੰਦ ਕਰ ਦਿਓ, ਤੁਸੀਂ ਕੰਮ ਫਿਰ ਜਾਰੀ ਰੱਖਿਆ ਜੀ, ਹੌਸਲਾ ਰੱਖਿਆ। ਭਾਈ ਜਸਵੀਰ ਸਿੰਘ ਰੋਡੇ ਆਏ, ਉਹਨੇ ਕਿਹਾ ਬੰਦ ਕਰੋ। ਬਾਬਾ ਰਣਾਮ ਸਿੰਘ ਧੁਮਾ ਨੇ ਕਿਹਾ ਬੰਦ ਕਰੋ, ਇੱਥੇ ਪਹਿਲਾਂ ਆਪਾਂ ਵੇਖ ਲਈ ਜਿਹੜੀ ਉਹ ਸਾਡੀ ਵਿਰਾਸਤ ਨਿਕਲੀ ਉਹ ਕੀ ਹੈ ਕੀ ਨਹੀਂ ਹੈ। ਚਾਵਲਾ ਸਾਹਿਬ ਉਹ ਬਚ ਕਿਵੇਂ ਗਈ, ਸਵਾਲ ਇਹ ਪੈਦਾ ਹੁੰਦਾ। ਜਦੋਂ ਗਲਿਆਰਾ ਢਾਇਆ ਗਿਆ, ਗਲਿਆਰੇ ਵਾਸਤੇ ਜਗ੍ਹਾ ਲਈ ਗਈ, ਗਲਿਆਰੇ ਦੀ ਇਮਾਰਤਾਂ ਢਾਈਆਂ ਗਈਆਂ ਤੇ ਧਰਮ ਸਿੰਘ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ, ਭਾਈ ਤੂੰ ਸਾਰਾ ਤੈਅ ਕਰਨਾ ਹੀ ਹੈ। ਉਹਦੇ ਵਿੱਚ ਉਹਨਾਂ ਇਹ ਕੀਤਾ ਵੀ ਉਹ ਦੁਆਰਾ ਢਾਈਆਂ ਜਿਹੜੇ ਚੋਂ ਇੱਟ ਨਿਕਲੀ, ਜਿਹਦੇ ਛੱਤਾਂ ਵਿੱਚੋਂ ਸਰੀਆ ਨਿਕਲਿਆ, ਤੇ ਜਿੱਥੋਂ ਕੋਈ ਆਸ ਨਹੀਂ ਨਿਕਲਣਾ ਨਹੀਂ ਉਹ ਥੱਲੇ ਦੱਬਤਾ। ਇਹ ਨਾਨਕਸ਼ਾਹੀ ਇੱਟ ਦੇ ਅੰਦਰ ਬਣੀ ਡਾਟ ਸਿਸਟਮ ਵਿੱਚ ਹੈਗਾ, ਵਿੱਚ ਕੋਈ ਲੋਹਾ ਨਹੀਂ ਹੈਗਾ, ਕੁਛ ਨਹੀਂ ਹੈਗਾ, ਜਿਹਦੇ ਕਰਕੇ ਜਿਹੜੇ ਬੰਦੇ ਢਾਉਣ ਤੇ ਲੱਗੇ ਸੀ ਉਹਨਾਂ ਨਾਲ ਗੱਲ ਪਰਸੋਂ ਹੀ, ਉਹ ਕਹਿੰਦੇ ਜੀ ਇਸੇ ਕਰਕੇ ਨਹੀਂ ਢਾਈ, ਲੋਹਾ ਹੀ ਨਹੀਂ ਸੀਗੇ ਵਿੱਚ, ਅਸੀਂ ਤਾਂ ਕੀ ਕਰ ਰਹੇ ਇਹਨਾਂ ਨੂੰ, ਉਦਾਂ ਹੀ ਮਿੱਟੀ ਪਾਤੀ ਉਹਦੇ ਤੇ। ਹੁਣ ਤਾਂ ਪੱਟੀ ਸਾਹਿਬ ਸੌਰੀ ਟੂ ਇੰਟਰਰਪਟ ਜੀ ਇੱਕ ਮਿੰਟ ਵਾਸਤੇ, ਹੁਣ ਤਾਂ ਨਾਨਕਸ਼ਾਹੀ ਇੱਟ ਦੀਆਂ ਜਿਹੜੀਆਂ ਹਵੇਲੀ ਨੂੰਹਾਂ ਬਣਦੀਆਂ ਨੇ ਨਾ, ਬੈਂਕਟ ਹਾਲ ਜਾਂ ਦੂਜਾ ਤੀਜਾ ਦਿੱਖ ਦੇਣ ਵਾਸਤੇ, ਤੁਹਾਨੂੰ ਪਤਾ ਨਾਨਕਸ਼ਾਹੀ ਇੱਟ ਦੀ ਕੀਮਤ ਕਿੰਨੀ ਆ? ਨਾਨਕਸ਼ਾਹੀ ਇਸ ਤਰ੍ਹਾਂ ਦੀ ਇੱਟ ਤਾਂ ਲੱਭਦੇ ਨੇ ਵਪਾਰੀ ਵੀ ਸਾਨੂੰ ਇਹ ਨਾਨਕਸ਼ਾਹੀ ਇੱਟ ਦੇ ਦਿਓ, ਅਸੀਂ ਲੈ ਜਾਾਂਗੇ, ਪੈਸੇ ਦੱਸੋ ਕਿੱਦਾਂ ਲੈਣੇ ਆ। ਸਾਡੇ ਵੀ ਇੱਕ ਢੱਠਾ ਸੀਗਾ ਪਿੰਡ ਦੇ ਵਿੱਚ, ਉਹਦੀ ਇੱਟ ਵਿਕੀ ਆ ਨਾਨਕਸ਼ਾਹੀ, ਔਰ ਮਹਿੰਗੇ ਭਾਅ ਦੇ ਵਿਕੀ ਆ। ਜਿਹੜੀਆਂ ਖਾਣ ਪੀਣ ਵਾਸਤੇ ਜਿਹੜੀਆਂ ਚੀਜ਼ਾਂ ਹਵੇਲੀਆਂ ਬਣਾਈਆਂ ਜਾਂਦੀਆਂ ਨੇ, ਇਹ ਇੱਟ ਉੱਥੇ ਲੱਗਦੀ ਆ। ਸ਼ਾਇਦ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਵੀ ਬੜੀ ਮਹਿੰਗੀ ਵਿਕਦੀ ਜੇ। ਹਾਂਜੀ, ਇਹ ਟ੍ਰੈਂਡ ਆਇਆ ਜੀ 2000 ਸਾਲ ਦੇ ਵਿੱਚ। ਹਾਂ, ਜਦੋਂ ਇਹ ਢਹਿਣ ਦੀ ਗੱਲ ਸੀ, ਇਹ 1988 ਦੀ ਗੱਲ, ਉਦੋਂ ਪਤਾ ਨਹੀਂ ਨਾ ਇਹਨਾਂ ਨੂੰ, ਪਤਾ ਨਹੀਂ ਸੀ ਉਦੋਂ, ਠੀਕ ਹੈ ਜੀ। ਚਲੋ ਇਸ ਕਰਕੇ ਉਹਦੇ ਤੇ ਕੱਲ ਜਿਹੜੀ ਪ੍ਰਾਪਤ ਵਿਭਾਗ ਵਾਲੇ ਆਏ ਨੇ, ਉਹ ਫੋਟੋਆਂ ਖਿੱਚ ਕੇ ਲੈ ਗਏ ਨੇ, ਬਕਾਇਦਾ ਤੌਰ ਤੇ ਸੈਂਪਲ ਲੈ ਗਏ ਨੇ। 10 ਜ਼ਿਲ੍ਹਾ ਚ ਆਪਣੀ ਰਿਪੋਰਟ ਦੇਣੀ ਆ ਵੀ ਇਹ ਬਿਲਡਿੰਗ ਕਿੰਨੀ ਪੁਰਾਣੀ ਆ, ਇਹ ਚ ਕਿਹੜਾ ਜਿਹੜਾ ਸੀ ਉਹ ਮਟੀਰੀਅਲ ਵਰਤਿਆ ਗਿਆ ਵਾ, ਇਹਦਾ ਕੀ ਕੀਤਾ ਜਾ ਸਕਦਾ, ਉਹ 10 ਇੰਚ ਰਿਪੋਰਟ ਹੋਣੀ ਜੀ। 105 ਸਾਲਾ ਮਾਤਾ ਮਾਨ ਕੌਰ ਜੀ ਐਥਲੀਟ ਨੇ, ਉਹ ਬਿਮਾਰ ਨੇ, ਔਰ ਉਹਨਾਂ ਦੇ ਇਲਾਜ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 1 ਲੱਖ ਦਾ ਚੈੱਕ ਭੇਜਿਆ। ਚੰਗੀ ਗੱਲ ਆ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੀ ਤੇ ਉਹਨਾਂ ਤੱਕ ਪਹੁੰਚ ਕਰਨੀ ਬੜੀ ਮੁਸ਼ਕਿਲ ਸੀ, ਕਿਉਂਕਿ ਘੇਰੇ ਕਮਾਂਡੋ ਨੇ ਇੰਨਾ ਘੇਰਾ ਹੁੰਦਾ ਸੀ ਕਿ ਆਮ ਆਦਮੀ ਮਿਲ ਹੀ ਨਹੀਂ ਸੀ ਸਕਦਾ। ਜਿਹੜੀ ਮਾਤਾ ਜਿਹਨੂੰ ਇਹ ਆਇਆ ਕਹਿੰਦੇ ਸੀਗੇ, ਜਿਹਨੇ ਸੁਖਬੀਰ ਬਾਦਲ ਨੂੰ ਬਚਪਨ ਚ ਆਪਣੀ ਗੋਦੀ ਚ ਖੜਾਇਆ, ਉਹ ਮਿਲਣ ਜਾਂਦੀ ਰਹੀ, ਕਈ ਦਿਨ ਉਹ ਨਹੀਂ ਮਿਲ ਸਕੀ, ਲੇਕਿਨ ਉਹ ਵੀ ਠੀਕ ਹੋ ਕੇ ਲੱਗੀ ਰਹੀ। ਉਹ 4-5 ਦਿਨ ਰੋਜ਼ ਜਾਂਦੀ ਸੀ। ਇੱਕ ਦਿਨ ਸੁਖਬੀਰ ਬਾਦਲ ਨੇ ਵੇਖ ਲਿਆ ਵੀ ਮਾਤਾ ਕਿੱਧਰ ਆਈ, ਉਸਨੇ ਵੇਖਿਆ ਤੇ ਮੇਰੀ ਆਇਆ ਜਿਹਨੂੰ ਖੜਾਉਂਦੀ ਰਹੀ ਸੀ। ਫਿਰ ਸੁਖਬੀਰ ਸਿੰਘ ਬਾਦਲ ਨੇ ਸਿਕਿਉਰਿਟੀ ਵਾਲਿਆਂ ਨੂੰ ਕਿਹਾ ਕਿ ਇਹ ਜਦੋਂ ਵੀ ਆਵੇ ਇਹਨੂੰ ਬਿਲਕੁਲ ਨਹੀਂ ਰੋਕਣਾ, ਇਹਨੂੰ ਤੁਸੀਂ ਬੁਲਾਉਣਾ ਮੈਨੂੰ। ਉਹਨੇ ਆਪਣੇ ਬੱਚੇ ਵਾਸਤੇ ਵੀ ਰਿਕੁਐਸਟ ਕੀਤੀ ਸੀ, ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ। ਦਿੱਤੀ ਨੌਕਰੀ ਉਹਨੇ ਨਹੀਂ ਗੱਲ ਦਿੱਤੀ, ਕੋਈ ਚੰਗੇ ਕੰਮ ਕੀਤੇ ਨਹੀਂ ਗੱਲ ਨਹੀਂ ਕੀਤੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਚੰਗਾ ਕੀਤਾ ਕਿ 105 ਸਾਲਾ ਅਥਲੀਟ, ਇੰਟਰਨੈਸ਼ਨਲ ਅਥਲੀਟ ਸਾਡੀ ਬੀਬੀ ਮਾਤਾ ਜਿਹੜੀ ਪਿੱਛੇ ਜੇ ਪਦਮ ਸ਼੍ਰੀ ਮਿਲਿਆ ਸੀ, ਔਰ ਉਹਦੇ ਵਾਸਤੇ ਉਹ ਆਰਜੂ ਵੈਦਿਕ ਮਿਕਸ ਡੇਰਾ ਬੱਸੀ ਕੇ ਕਿੱਥੇ ਉੱਥੇ ਹਸਪੀਟਲ ਐਡਮਿਟ ਹੈਗੀ ਆ, ਉਹ ਕੈਂਸਰ ਰੋਗ ਤੋਂ ਪੀੜਤ।
ਇਸ ਵੇਲੇ ਪੈਸੇ ਦੀ ਨੂੰ ਸਖਤ ਲੋੜ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ MLA ਨੂੰ ਦੇ ਕੇ ਭੇਜਿਆ ਕਿ 1 ਲੱਖ ਦਾ ਚੈੱਕ ਮਾਤਾ ਜੀ ਨੂੰ ਦੇ ਕੇ ਆਓ। ਤੇ ਚੰਗੀ ਗੱਲ ਆ, ਲੋਕ ਸੇਵਾ ਕਰਨੀ ਚਾਹੀਦੀ ਆ। ਬੜੇ ਭਾਗ ਲਾਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ। ਤੁਸੀਂ ਟਾਟਾ ਦਾ ਨਾਮ ਸੁਣਿਆ ਹੋਣਾ ਜੀ, ਟਾਟਾ ਦਾ ਖਰਚਾ ਹੀ ਲੈ ਲੈਂਦੇ ਉਹਦਾ, ਜਿਹਨੇ ਬਚਪਨ 'ਚ ਖੜਾਇਆ ਉਹਨੂੰ 1 ਲੱਖ ਕੀ ਇੰਨਾ ਵੱਡਾ ਤੁਹਾਡੇ ਕੋਲ ਧਨ ਦੌਲਤ ਤੇ ਤੁਸੀਂ ਨਹੀਂ। ਉਹ ਨਹੀਂ, ਇਹ ਮਾਤਾ ਹੋਰ ਹੈ ਜੀ, ਉਹ ਹੋਰ ਹੈ, ਉਹ ਐਗਜ਼ਾਮਪਲ ਦਿੱਤੀ ਹੈ। ਅੱਛਾ, ਉਹ ਤਾਂ ਹੋਰ। ਅੱਛਾ, ਇਹ ਮਾਤਾ ਇਹ ਮਾਤਾ ਜਿਹੜੀ ਐਥਲੀਟ ਹੈ, ਇੰਟਰਨੈਸ਼ਨਲ ਐਥਲੀਟ ਸਾਈਡ ਸਾਡੀ ਰਹੀ ਆ, ਗੋਲਡ ਮੈਡਲ ਲੈ ਕੇ ਆਉਂਦੀ ਰਹੀ ਆ। ਪਿੱਛੇ ਤੇ ਰਾਸ਼ਟਰਪਤੀ ਨੇ ਪਦਮ ਸ਼੍ਰੀ ਦਿੱਤਾ ਸੀ। ਬੜੀ ਸਪੀਡ ਤੁਰਨ ਦੀ ਬੀਬੀ ਦੀ, ਉਹਦੇ ਹੁਣ ਤੇ ਬਿਮਾਰ ਹੋ ਗਈ, ਬੜੀ ਸਪੀਡ ਤੋਂ ਤੁਰਨ ਦੀ, 100 ਸਾਲ ਦੀ ਸੀ ਉਦੋਂ ਬੀਬੀ ਜੀ ਜੀ। ਹੁਣ ਇਹ ਬੀਬੀ ਜਿਹੜੀ ਹੈ, ਚਲੋ ਤੁਸੀਂ ਭੇਜੇ ਪੈਸੇ, ਚੰਗੀ ਗੱਲ। ਜਿਹੜੀ ਟਾਟਾ ਨਾ, ਟਾਟਾ ਵਾਲੇ ਜੀ, ਟਾਟਾ ਵਾਲਿਆਂ ਬੰਬੇ ਦੇ ਵਿੱਚ ਕੈਂਸਰ ਹਸਪੀਟਲ ਖੋਲ੍ਹਿਆ। ਉਹਦੇ ਵਿੱਚ 2 ਗੇਟ ਨੇ। ਇੱਕ ਗੇਟ ਆ ਫ੍ਰੀ ਦਵਾਈ ਮਿਲੇਗੀ, ਫ੍ਰੀ ਚੈੱਕ ਮਿਲੇਗਾ। ਇੱਕ ਗੇਟ ਹੈ ਵੀ ਇੱਥੇ ਤੁਹਾਡੀ ਫੀਸ ਚਾਰਜਿੰਗ ਲੱਗੇਗੀ, ਦਵਾਈ ਮੁੱਲ ਮਿਲੇਗੀ। ਜਿਹੜੇ ਅਮੀਰ ਲੋਕ ਬਹੁਤ ਜਿਹੜੇ ਪੈਸੇ ਖੁੱਲੇ ਕਰ ਸਕਦੇ ਉਸ ਤੇ ਜਾਂਦੇ, ਲੇਕਿਨ ਵਾਰੀ ਤੁਹਾਡੀ ਜਿਹੜੀ ਆ ਉਹ ਟਰਨ ਬਾਈ ਟਰਨ ਵਾਲੀ ਪਰਚੀ ਮਿਲਣੀ ਹੈ। ਨਹੀਂ ਗੱਲ ਵੀ ਜੇ ਗਰੀਬ ਬਾਅਦ ਚ ਤੁਸੀਂ ਅਮੀਰ ਬੰਦਾ, ਜੇ 10 ਬੰਦੇ ਦੇ ਵਿੱਚ ਤੁਸੀਂ ਖੜੇ ਹੋ ਤੇ ਜੇ 5ਵਾਂ ਨੰਬਰ ਤੇ 5ਵਾਂ ਹੀ ਤੁਹਾਡਾ ਹੋਣਾ। ਕਿਆ ਬਾਤ। ਡਾਕਟਰ ਨੇ ਉਸੇ ਤਰੀਕੇ ਨਾਲ ਚੈੱਕ ਕਰਨਾ ਤਾਂ ਜਿੱਦਾਂ ਉਹਨੂੰ ਗਰੀਬ ਨੂੰ ਕਰਨਾ। ਲੇਕਿਨ ਗਰੀਬ ਵਾਲੇ ਪਾਸੇ ਉਹਨਾਂ ਦਵਾਈ ਫ੍ਰੀ ਕੀਤੀ ਆ, ਇਲਾਜ ਫ੍ਰੀ ਕੀਤਾ ਤੇ ਅਮੀਰ ਉੱਥੇ ਪੈਸੇ ਦੇ ਕੇ ਆਪਣੀ ਦਵਾਈ ਦੇ। ਕਿਆ ਬਾਤ। ਦੇਖੋ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬੜੇ ਪਾਤਸ਼ਾਹ ਦੇ ਭਾਗ ਲਏ। ਜੇ ਕਿਤੇ ਇਹੋ ਜਿਹਾ ਹਸਪੀਟਲ ਖੋਲ ਦਿੰਦੇ ਕਿੰਨਾ ਚੰਗੀ ਗੱਲ ਨਹੀਂ। ਕਿਆ ਬਾਤ। ਚਲੋ, ਜਿੱਥੇ ਗਰੀਬਾਂ ਦਾ ਇਲਾਜ ਫ੍ਰੀ ਹੋ ਜਾਂਦਾ। ਨਾ ਵੀ ਚਾਹੀਦਾ ਨਾ, ਫਿਰ ਅੰਦਰ ਦਿਲ ਵੀ ਚਾਹੀਦਾ, ਬਾਗ ਚਾਹੀਦਾ। ਖੋਲ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਚਲੋ, ਕਿਤੇ ਬਾਬਾ ਮਿਹਰ ਕਰੇ ਇੱਧਰਲੇ ਪਾਸੇ ਕਿਤੇ ਮੁੜਾ ਪੈ ਜਾਵੇ। ਸਿੱਧੂ ਦੀਆਂ ਸਿੱਧੀਆਂ ਬਾਰੇ ਕਰ ਲਈਏ ਗੱਲ। ਕੈਪਟਨ ਸਾਹਿਬ ਨਾਲ ਆਡਾ ਲੱਗਾ ਟਵੀਟੀ ਵਾਲੇ ਮਾਮਲੇ ਦੇ ਵਿੱਚ, ਤੁਹਾਡਾ ਨਜ਼ਰੀਆ ਵਾਈਂਡ ਅਪ ਕਰਦੇ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦਾ ਪੇਚਾ ਜਿਹੜਾ ਫਸਿਆ ਵਾ, ਇਹ ਕਾਂਗਰਸ ਦਾ ਹੋਰ ਨੁਕਸਾਨ ਕਰੇ। ਕਿਉਂ ਨੁਕਸਾਨ ਕਰੇਗਾ ਕਿ ਪ੍ਰਧਾਨ ਦੀ ਤੇ ਮੁੱਖ ਮੰਤਰੀ ਦਾ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਡੈਫੀਨਿਟਲੀ। ਸਿੱਧੇ ਰੂਪ ਚ ਕਹਿਤਾ ਕੈਪਟਨ ਸਾਹਿਬ ਨੇ ਅੱਜ ਵੀ ਜਿੰਨਾ ਚਿਰ ਇਹ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਇਹਦੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਜਾਏਗੀ। ਬ੍ਰਹਮ ਮਹਿੰਦਰਾ ਜਿਹਦੀ ਸਾਰੀ ਉਮਰ ਜਿਹੜੀ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣੀ, ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਇਲੈਕਸ਼ਨ ਸ਼ਹਿਰ ਦੇ ਵਿੱਚੋਂ ਨਹੀਂ ਬਾਹਰੋਂ ਕਿਸੇ ਕਿਸਮ ਤੋਂ ਲੜਦੇ ਰਹੇ। ਤੇ ਬ੍ਰਹਮ ਮਹਿੰਦਰਾ ਦਾ ਪਟਿਆਲੇ ਸ਼ਹਿਰ ਚ ਕੁਛ ਮਾੜਾ ਮੋਟਾ ਹੋਲਡ ਹੈ। ਬ੍ਰਹਮ ਮਹਿੰਦਰਾ ਨੇ ਇਹ ਗੱਲ ਕਹਿਤੀ ਕਿ ਮੈਂ ਵੀ ਉਹਨਾਂ ਚਿਰ ਸਿੱਧੂ ਨਾਲ ਮੁਲਾਕਾਤ ਨਹੀਂ ਕਰੂੰਗਾ ਜਿੰਨਾ ਚਿਰ ਉਹ ਕੈਪਟਨ ਕੋਲ ਮਾਫੀ ਨਹੀਂ ਮੰਗਦਾ। ਸਵਾਲ ਇਹ ਪੈਦਾ ਹੁੰਦਾ ਵੀ ਬ੍ਰਹਮ ਮਹਿੰਦਰਾ ਨੂੰ ਕੀ ਤਕਲੀਫ ਹੋਈ? ਬ੍ਰਹਮ ਮਹਿੰਦਰਾ ਨੂੰ ਤਕਲੀਫ ਹੋਈ ਹੈ ਕਿ ਉਹ ਆਪਣਾ ਵਾਰਸ ਆਪਣੇ ਮੁੰਡੇ ਨੂੰ ਬਣਾਉਣਾ ਚਾਹੁੰਦਾ, ਉੱਥੋਂ ਇਲੈਕਸ਼ਨ ਲੜਾਉਣਾ ਚਾਹੁੰਦਾ ਇੱਕ ਹਾਕੇ। ਤੇ ਸਿੱਧੂ ਸਾਹਿਬ ਨੇ ਜਾ ਕੇ ਉੱਥੇ ਡੇਰੇ ਲਾ ਲਏ ਤੇ ਉਹਨੂੰ ਇਹ ਖਤਰਾ ਵੀ ਜੇ ਉਹਦੀ ਘਰ ਵਾਲੀ ਲੜੀ ਤੇ ਮੁੜ ਕੇ ਸਾਨੂੰ ਕਿਹਨੇ ਪੁੱਛਣਾ। ਉਹ ਇਸ ਕਰਕੇ ਵਿਰੋਧ ਚ ਆ ਗਿਆ। ਲੇਕਿਨ ਨਾਲ ਇੰਨੀ ਗੱਲ ਕਹਿਣੀ ਵੀ ਜਿਹਦਾ ਤੁਹਾਡਾ ਸਾਰੀ ਉਮਰ ਵੋਟ ਰਿਹਾ, ਪਹਿਲੀ ਵਾਰੀ ਜਦੋਂ ਐਤਕੀ ਬੀਬੀ ਪਰਨੀਤ ਕੌਰ ਨੇ ਇਲੈਕਸ਼ਨ ਲੜੀ ਹੈ 2019 ਦੇ ਵਿੱਚ, ਤੁਸੀਂ ਉਦੋਂ ਇਕੱਠੇ ਇੱਕ ਮੰਚ ਤੋਂ ਆਏ, ਪਹਿਲਾਂ ਵਿਰੋਧ ਚ ਰਹੇ ਹੋ ਤੁਸੀਂ। ਜੇ ਵਿਰੋਧ ਦੇ ਵਿੱਚ ਤੁਸੀਂ ਰਹੇ ਹੋ ਤੇ ਹੁਣ ਤੁਸੀਂ ਇਕੱਠੇ ਹੋ ਗਏ ਤੇ ਤੁਹਾਡੀ ਇੱਕ ਸੁਰ ਤੁਸੀਂ ਕਹਿ ਰਹੇ ਵੀ ਸਿੱਧੂ ਨੂੰ ਨਹੀਂ ਉਗੜ ਦੇਣਾ। ਲੇਕਿਨ ਮੈਂ ਇਹ ਗੱਲ ਕਹਿ ਦਿਆਂ, ਮੇਰਾ ਸਿੱਧੂ ਆ ਉਹ ਬਾਹਾਂ ਦੇ ਬਲ ਦਾ ਰਾਜਾ ਵਾ। ਜੇ ਉਹਨੂੰ ਸੁਰਮਾ ਪਾਉਣਾ ਉਹਦਾ ਨਾ, ਉਹਨੂੰ ਮਟਕਾਉਣਾ ਵੀ ਆਉਂਦਾ। ਕਿਆ ਬਾਤ, ਕਿਆ ਬਾਤ, ਕਿਆ ਬਾਤ। ਲਓ ਜੀ, ਅੰਮ੍ਰਿਤਸਰ ਤੋਂ ਸਾਡੇ ਸਰਦਾਰ ਜੀ ਜਸਵੀਰ ਸਿੰਘ ਪੱਟੀ ਔਰ ਅੰਮ੍ਰਿਤਸਰ ਤੋਂ ਹੀ ਉਸ ਧਰਤੀ ਨਾਲ ਵਾਅਦਾ ਕਰਕੇ ਹੁਣ ਚੋਣ ਕਿੱਥੋਂ ਲੜਦੇ ਨੇ ਨਵਜੋਤ ਸਿੱਧੂ ਦਾ ਸਮਾਂ ਦੱਸੇਗਾ, ਪਰੰਤੂ ਉਹਨਾਂ ਦੀਆਂ ਨਸ ਤੋਂ ਵਾਕਫ ਪੱਟੀ ਸਾਹਿਬ ਨੇ ਦੱਸ ਦਿੱਤਾ ਕਿ ਜੇ ਸੁਰਮਾ ਪਾਉਣਾ ਆਉਂਦਾ ਤਾਂ ਫਿਰ ਮਟਕਾਉਣਾ ਵੀ ਆਉਂਦਾ। ਠੋਕੋ ਤਾਲੀ। ਮਿਲਦੇ ਆ ਫਿਰ। ਸ਼ੁਕਰੀਆ ਜੀ, ਬਾਤ ਰੱਬ ਰਾਖਾ। ਸਤਿ ਸ੍ਰੀ ਅਕਾਲ। ਇਹ ਸਨ ਸਰਦਾਰ ਜੀ ਜਸਵੀਰ ਸਿੰਘ ਜੀ ਪੱਟੀ। ਲਓ ਫਿਰ ਦਿਓ ਆ ਗਿਆ। ਸਵੇਰੇ 9 ਵਜੇ ਸ਼ਾਰਪ ਫੇਰ ਮੁਲਾਕਾਤ ਕਰਾਂਗੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।